ਸਭ ਤੋਂ ਪਹਿਲਾਂ ਜਿਸ ਤੱਥ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ ਉਹ ਇਹ ਹੈ ਕਿ ਆਪਣੇ ਦਿਮਾਗੀ ਵਿਕਾਸ ਦੇ ਲਈ ਕੋਈ ਵੀ ਵਿਅਕਤੀ ਸਿਰਫ ਆਪਣੇ ਰੋਜ਼ਾਨਾ ਦੇ ਕੰਮਕਾਰ ਉੱਪਰ ਹੀ ਪੂਰੀ ਤਰ੍ਹਾਂ ਨਿਰਭਰ ਨਹੀਂ ਰਹਿ ਸਕਦਾ। ਕਿਸੇ ਵੀ ਆਦਮੀ ਦੇ ਰੋਜ਼ਾਨਾ ਕੰਮ ਦਾ ਬਹੁਤ ਹਿੱਸਾ ਹਰ ਰੋਜ਼ ਇੱਕੋ ਜਿਹਾ ਹੁੰਦਾ ਹੈ। ਉਸ ਦੇ ਅੱਜ ਦੇ ਕੰਮ ਦੀ ਕਾਫੀ ਰੂਪਰੇਖਾ ਆਉਣ ਵਾਲੇ ਕੱਲ ਦੇ ਕੰਮ ਨਾਲ ਕਾਫੀ ਮਿਲਦੀ ਜੁਲਦੀ ਹੋਵੇਗੀ। ਇਸ ਦਾ ਅਰਥ ਇਹ ਹੈ ਕਿ ਉਹ ਆਪਣੀ ਯਾਦਾਸ਼ਤ ਹੀ ਇਸਤੇਮਾਲ ਕਰ ਰਿਹਾ ਹੈ, ਨਾ ਕਿ ਆਪਣੇ ਦਿਮਾਗ ਦੀਆਂ ਉਸਾਰੂ ਸ਼ਕਤੀਆਂ ਦਾ ਇਸਤੇਮਾਲ ਕਰ ਰਿਹਾ ਹੈ। ਬਹੁਤਾ ਕੰਮ ਤਾਂ ਉਹ ਆਪ ਮੁਹਾਰੇ ਕਰੀ ਜਾਂਦਾ ਹੈ। ਆਪਣੀਆਂ ਮਾਨਸਿਕ ਸ਼ਕਤੀਆਂ ਦਾ ਵਿਕਾਸ ਕਰਨ ਦੇ ਬਾਅਦ ਉਹ ਆਪਣੇ ਰੋਜ਼ਾਨਾ ਦੇ ਕੰਮਕਾਰ ਦੌਰਾਨ ਸੋਚਣ ਦੀ ਆਦਤ ਵਿਕਸਿਤ ਕਰ ਲੈਂਦਾ ਹੈ। ਕੋਈ ਛੋਟਾ ਜਿਹਾ ਤੱਥ ਜਾਂ ਘਟਨਾ ਉਸ ਨੂੰ ਕੋਈ ਸਿਧਾਂਤ ਸੁਝਾ ਸਕਦੀ ਹੈ। ਉਸ ਦਾ ਦਿਮਾਗ ਵੇਖਣ ਅਤੇ ਪ੍ਰਤੀਬਿੰਬਤਾ ਕਰਨ ਲਈ ਸਿਖਲਾਈ ਪ੍ਰਾਪਤ ਕਰ ਚੁੱਕਿਆ ਹੈ। ਇਸ ਤਰ੍ਹਾਂ ਉਹ ਆਪਣਾ ਸਾਰਾ ਦਿਮਾਗ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦਾ ਹੈ, ਨਾ ਕਿ ਇਸ ਦੇ ਥੋੜੇ ਜਿਹੇ ਹਿੱਸੇ ਦਾ ਇਸਤੇਮਾਲ ਕਰਕੇ ਆਪ ਮੁਹਾਰੇ ਕੰਮ ਕਰੀ ਜਾਂਦਾ ਹੈ। ਪਰ ਦਿਮਾਗੀ ਸ਼ਕਤੀਆਂ ਦਾ ਵਿਕਾਸ ਅਸਲ 'ਚ ਵਿਹਲ ਦੇ ਸਮੇਂ ਕੀਤਾ ਜਾ ਸਕਦਾ ਹੈ। ਇਹ ਕੰਮ ਕੋਈ ਛੋਟਾ ਮੋਟਾ ਨਹੀਂ। ਇਸ ਕੰਮ ਨੂੰ ਕਰਨ ਵਿੱਚ ਉਨੀ ਹੀ ਇਕਾਗਰਤਾ ਦੀ ਜ਼ਰੂਰਤ ਪੈਂਦੀ ਹੈ ਜਿੰਨੀ ਕਿ ਕਿਸੇ ਇੰਜਨ ਨੂੰ ਤਿਆਰ ਕਰਨ ਦੇ ਲਈ। ਉਹ ਵੱਧ ਜਾਂ ਘੱਟ ਸੰਭਾਵਨਾਵਾਂ ਨਾਲ ਸ਼ੁਰੂਆਤ ਕਰਦਾ ਹੈ। ਵਿਰਾਸਤ ਵਿੱਚ ਭਾਵੇਂ ਉਸ ਨੂੰ ਬਹੁਤ ਦਿਮਾਗੀ ਸ਼ਕਤੀਆਂ ਨਾ ਮਿਲੀਆਂ ਹੋਣ, ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਸ ਨੂੰ ਇਹ ਕੰਮ ਆਪ ਕਰਨਾ ਪੈਂਦਾ ਹੈ। ਕਿਸੇ ਵੀ ਨੌਜਵਾਨ ਦੇ ਭਵਿੱਖ ਬਾਰੇ ਇਹ ਵੇਖ ਕੇ ਆਸਾਨੀ ਨਾਲ ਦੱਸਿਆ ਜਾ ਸਕਦਾ ਹੈ ਕਿ ਫਾਲਤੂ ਸਮੇਂ ਵਿੱਚ ਉਹ ਕੀ ਕਰਦਾ ਹੈ। ਉਸ ਦੇ ਬਾਰੇ ਇਹ ਦੱਸਿਆ ਜਾ ਸਕਦਾ ਹੈ ਉਹ ਦਰਸ਼ਕ ਬਣੇਗਾ ਜਾਂ ਰਚਨਾ ਕਰਨ ਵਾਲਾ ਬਣੇਗਾ। ਹਰ ਵਿਅਕਤੀ ਇਹਨਾਂ ਦੋਵਾਂ ਵਿੱਚੋਂ ਕਿਸੇ ਇੱਕ ਵਰਗ ਦੇ ਵਿੱਚ ਆਉਂਦਾ ਹੈ। ਉਹ ਜ਼ਿੰਦਗੀ ਦੇ ਨਾਟਕ ਵਿੱਚ ਤਾਂ ਸਰਗਰਮ ਤੌਰ ਤੇ ਹਿੱਸਾ ਲੈਂਦਾ ਹੈ ਜਾਂ ਫਿਰ ਸਿਰਫ ਇੱਕ ਦਰਸ਼ਕ ਬਣ ਕੇ ਰਹਿ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦਾ ਵਿਹਲ ਦਾ ਸਮਾਂ ਨਾਚ, ਗਾਣੇ, ਸਿਨੇਮਾ, ਦੌੜਾਂ, ਫੁੱਟਬਾਲ ਦੀਆਂ ਖੇਡਾਂ ਆਦਿ ਉੱਪਰ ਖਰਚ ਹੁੰਦਾ ਹੈ ਤਾਂ ਉਹ ਇੱਕ ਦਰਸ਼ਕ ਹੀ ਬਣ ਕੇ ਰਹਿ ਜਾਵੇਗਾ। ਉਸ ਦੀ ਜ਼ਿੰਦਗੀ ਕੋਈ ਵੀ ਛਾਪ ਨਹੀਂ ਛੱਡ ਸਕੇਗੀ ਅਤੇ ਜਦੋਂ ਉਹ ਮਰੇਗਾ ਤਾਂ ਕਿਸੇ ਨੂੰ ਉਸ ਦੀ ਅਣਹੋਂਦ ਦਾ ਅਹਿਸਾਸ ਤੱਕ ਨਹੀਂ ਹੋਵੇਗਾ। ਉਸ ਵੱਲੋਂ ਛੱਡਿਆ ਗਿਆ ਕੰਮ ਕਿਸੇ ਵੀ ਮਸ਼ੀਨ ਵੱਲੋਂ ਕੀਤਾ ਜਾ ਸਕੇਗਾ, ਪਰ ਜੇਕਰ ਉਹ ਆਪਣੀ ਵਿਹਲ ਦਾ ਅੱਧਾ ਸਮਾਂ ਵੀ ਜਾਣਕਾਰੀ ਅਤੇ ਮੁਹਾਰਤ ਹਾਸਲ ਕਰਨ ਲਈ ਲਗਾ ਦੇਵੇ ਤਾਂ ਉਹ ਯਕੀਨਨ ਰਚਨਾ ਕਰਨ ਵਾਲਾ ਬਣੇਗਾ। ਬਹੁਤ ਸਾਰੇ ਨੌਜਵਾਨ ਵਿਹਲ ਦੌਰਾਨ ਚੰਗਾ ਸਮਾਂ ਚਾਹੁੰਦੇ ਹਨ। ਉਹ ਜ਼ਿੰਦਗੀ ਬਾਰੇ ਲੰਮੀ ਅਤੇ ਦੂਰ ਦੀ ਨਹੀਂ ਸੋਚਦੇ। ਜੇਕਰ ਉਹ 40 ਵਰ੍ਹੇ ਦਾ ਹੋਣ ਮਗਰੋਂ ਚੰਗੇ ਸਮੇਂ ਦਾ ਆਨੰਦ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ 18 ਤੋਂ 40 ਵਰ੍ਹੇ ਤੱਕ ਆਪਣੇ ਦਿਮਾਗੀ ਵਿਕਾਸ ਉੱਪਰ ਧਿਆਨ ਦੇਣਾ ਪਵੇਗਾ। ਜੇਕਰ ਇੱਕੋ ਲਫ਼ਜ਼ ਵਿੱਚ ਕਹਿਣਾ ਹੋਵੇ ਤਾਂ ਇਹੋ ਆਖਾਂਗੇ ਕਿ 40 ਸਾਲ ਤੱਕ ਇੱਕ ਆਦਮੀ ਨੂੰ ਕਾਰਨਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ 40 ਸਾਲ ਬਾਅਦ ਉਸ ਨੂੰ ਪ੍ਰਭਾਵਾਂ ਨੂੰ ਵੇਖਣਾ ਸ਼ੁਰੂ ਕਰਨਾ ਚਾਹੀਦਾ ਹੈ। ਜਿਹੜਾ ਨੌਜਵਾਨ ਗੰਭੀਰ ਮਸਲਿਆਂ ਦੌਰਾਨ ਵੀ ਮੌਜ ਮਸਤੀ ਦੀ ਜ਼ਿੰਦਗੀ ਜਿਉਂਦਾ ਹੈ, ਉਸ ਨੂੰ 30 ਸਾਲਾਂ ਦੀ ਉਮਰ ਵਿੱਚ ਆ ਕੇ ਪਤਾ ਲੱਗੇਗਾ ਕਿ ਉਸ ਦੀ ਆਪਣੀ ਉਮਰ ਦੇ ਦੂਜੇ ਲੋਕ ਉਸ ਤੋਂ ਕਿੰਨਾ ਅੱਗੇ ਲੰਘ ਗਏ ਹਨ। ਸਮਝਦਾਰ ਆਦਮੀ ਆਪਣੀ ਜ਼ਿੰਦਗੀ ਦੇ ਉਹਨਾਂ ਕੀਮਤੀ ਵਰ੍ਹਿਆਂ ਨੂੰ ਵਿਅਰਥ ਨਹੀਂ ਗਵਾਉਂਦਾ ਜਿਨ੍ਹਾਂ ਦਾ ਇਸਤੇਮਾਲ ਉਸਨੇ ਤਰੱਕੀ ਦੀ ਪੌੜੀ ਚੜ੍ਹਨ ਲਈ ਕਰਨਾ ਹੈ। ਉਹ ਆਪਣਾ ਗਿਆਨ ਤੇਜ਼ੀ ਨਾਲ ਪ੍ਰਾਪਤ ਕਰਦਾ ਹੈ ਅਤੇ ਉਸ ਦਾ ਚੰਗਾ ਇਸਤੇਮਾਲ ਕਰਦਾ ਹੈ। ਫਿਰ ਉਹ ਆਪਣੀ ਸਾਰੀ ਜ਼ਿੰਦਗੀ ਚੰਗੇ ਢੰਗ ਨਾਲ ਬਤੀਤ ਕਰਨ ਦੇ ਕਾਬਿਲ ਹੋ ਜਾਂਦਾ ਹੈ। ਜਦੋਂ ਅਸੀਂ ਬੇਰੁਜ਼ਗਾਰ ਵਿਅਕਤੀਆਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਸਰੀਰਾਂ ਬਾਰੇ ਗੱਲ ਕਰ ਰਹੇ ਹੁੰਦੇ ਹਾਂ। ਅਸੀਂ ਬੇਰੁਜ਼ਗਾਰ ਦਿਮਾਗਾਂ ਦੇ ਅੰਕੜੇ ਨਹੀਂ ਪ੍ਰਾਪਤ ਕਰ ਸਕਦੇ। ਪਰ ਸਾਨੂੰ ਪਤਾ ਹੈ ਕਿ ਲੱਖਾਂ ਹੀ ਬੇਰੁਜ਼ਗਾਰ ਹਨ। ਉਹਨਾਂ ਨੇ ਦਿਮਾਗਾਂ ਦੀਆਂ ਸ਼ਕਤੀਆਂ ਦਾ ਇਸਤੇਮਾਲ ਨਹੀਂ ਕੀਤਾ ਹੁੰਦਾ। ਦਿਮਾਗ ਦਾ ਅਗਲਾ ਹਿੱਸਾ ਜੋ ਕਿ ਉਸਾਰੂ ਹੈ, ਵਿਹਲਾ ਪਿਆ ਰਹਿੰਦਾ ਹੈ। ਕੋਈ ਵੀ ਵਿਅਕਤੀ ਦਿਮਾਗ ਦਾ ਇਸਤੇਮਾਲ ਕੀਤੇ ਬਿਨਾਂ ਜ਼ਿੰਦਗੀ ਜਿਉਂਦਾ ਰਹਿ ਸਕਦਾ ਹੈ ਅਤੇ ਕੰਮ ਕਰਦਾ ਰਹਿ ਸਕਦਾ ਹੈ। ਉਹ ਦਿਮਾਗ ਦੀ ਵਰਤੋਂ ਕਰਨ ਦੀ ਥਾਂ ਸਿਰਫ ਯਾਦ ਸ਼ਕਤੀ ਅਤੇ ਤਜਰਬੇ ਰਾਹੀਂ ਆਪਣਾ ਮਾਰਗਦਰਸ਼ਨ ਕਰਦਾ ਹੈ। ਪਰ ਉਸ ਦੇ ਦਿਮਾਗ ਦਾ ਅਗਲਾ ਹਿੱਸਾ ਜਿਹੜਾ ਕਿ ਉਸ ਨੂੰ ਪਸ਼ੂਆਂ ਦੇ ਨੀਵੇਂ ਪੱਧਰ ਤੋਂ ਉਤਾਰ ਚੁੱਕ ਸਕਦਾ ਹੈ, ਬਿਨਾਂ ਵਰਤੋਂ ਦੇ ਵਿਹਲਾ ਹੀ ਪਿਆ ਰਹਿੰਦਾ ਹੈ, ਜਿਵੇਂ ਕੋਈ ਕਾਰਖਾਨਾ ਬੰਦ ਪਿਆ ਹੋਵੇ। ਇਹ ਠੀਕ ਹੈ ਕਿ ਸਾਨੂੰ ਮਨ ਪਰਚਾਵੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਪਰ ਜ਼ਿੰਦਗੀ ਵਿੱਚ ਇਹੋ ਹੀ ਸਭ ਕੁਝ ਨਹੀਂ ਹੈ। ਹਾਂ, ਹਫ਼ਤੇ ਦੇ ਅਖੀਰ ਵਿੱਚ ਮਨੋਰੰਜਨ ਲਈ ਸਮਾਂ ਕੱਢਿਆ ਜਾ ਸਕਦਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਖੇਡਾਂ ਅਤੇ ਛੁੱਟੀਆਂ ਦੌਰਾਨ ਮਜ਼ਾ ਲੈਣ ਦੀ ਵਾਦੀ ਦਾ ਸ਼ਿਕਾਰ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੀ ਸ਼ਕਤੀ ਅਤੇ ਚੰਗੀ ਸਿਹਤ ਦਾ ਮੰਤਵ ਸਾਨੂੰ ਦੁਨੀਆ ਲਈ ਲਾਹੇਵੰਦ ਬਣਾਉਣਾ ਹੈ। ਮਨ ਦੀ ਮੌਜ
ਪਿੱਛੇ ਲੱਗ ਕੇ ਜ਼ਿੰਦਗੀ ਬਤੀਤ ਕਰਨਾ ਮੇਰੀ ਮੂਰਖਤਾ ਹੈ। ਮਾਨਸਿਕ ਤੌਰ ਤੇ ਵਿਹਲੇ ਵਿਅਕਤੀ ਦੇ ਸਮਰਥਨ ਵਿੱਚ ਕਦੇ ਕੁਝ ਨਹੀਂ ਕਿਹਾ ਜਾ ਸਕਦਾ। ਦਿਮਾਗ ਨੂੰ ਜਾਗਦੇ ਵੇਲੇ ਆਰਾਮ ਦੀ ਲੋੜ ਨਹੀਂ ਹੁੰਦੀ ਜਿਵੇਂ ਕਿ ਸਰੀਰ ਨੂੰ ਹੁੰਦੀ ਹੈ। ਦਿਮਾਗ ਨੂੰ ਆਰਾਮ ਦੀ ਨਹੀਂ ਸਗੋਂ ਤਬਦੀਲੀ ਦੀ ਲੋੜ ਹੁੰਦੀ ਹੈ। ਇਸ ਨੂੰ ਤਾਂ ਨੀਂਦ ਰਾਹੀਂ ਆਰਾਮ ਪ੍ਰਾਪਤ ਹੋ ਜਾਂਦਾ ਹੈ। ਜਦੋਂ ਦਿਮਾਗ ਕਿਸੇ ਇੱਕ ਚੀਜ਼ ਤੇ ਲੰਮੇ ਸਮੇਂ ਲਈ ਕੰਮ ਕਰਦਾ ਰਹੇ ਤਾਂ ਹੀ ਉਹ ਥੱਕਦਾ ਹੈ। ਹਰ 2 ਜਾਂ 3 ਘੰਟੇ ਮਗਰੋਂ ਦਿਮਾਗੀ ਕੰਮ ਕਰਨ ਵਾਲੇ ਨੂੰ ਕੁਝ ਬਦਲਾਅ ਦੀ ਲੋੜ ਹੁੰਦੀ ਹੈ, ਪਰ ਉਸਨੂੰ ਦਿਮਾਗ ਦੇ ਕਿਸੇ ਹੋਰ ਪਾਸੇ ਲਹੂ ਭੇਜਣ ਦੀ ਲੋੜ ਹੁੰਦੀ ਹੈ, ਪਰ ਉਸਨੂੰ ਵਿਹਲਾ ਰੱਖਣ ਦੀ ਲੋੜ ਨਹੀਂ ਹੁੰਦੀ। ਅਸਲ ਵਿੱਚ ਕਿੰਨੇ ਹੀ ਅਜਿਹੇ ਮਨੁੱਖ ਹਨ ਜਿਹੜੇ ਆਪਣੀ ਜ਼ਿੰਦਗੀ ਦੀ ਬਹਾਰ ਦਾ ਸਮਾਂ ਨਾਵਲ ਪੜ੍ਹਨ, ਬੁਝਾਰਤਾਂ ਬੁੱਝਣ, ਰੇਸ ਦੇ ਮੈਦਾਨ ਵਿੱਚ ਬਾਜ਼ੀ ਲਾਉਣ, ਗਲੀਆਂ 'ਚ ਅਵਾਰਾ ਫਿਰਨ ਅਤੇ ਸ਼ਰਾਬਖਾਨੇ ਵਿੱਚ ਵਿਅਰਥ ਗਵਾ ਬੈਠਦੇ ਹਨ। ਕਈ ਵਿਅਕਤੀਆਂ ਕੋਲ ਪੂੰਜੀ ਦੇ ਤੌਰ ਤੇ ਸਿਰਫ ਸਮਾਂ ਹੁੰਦਾ ਹੈ ਅਤੇ ਉਹ ਲਗਾਤਾਰ ਉਸ ਨੂੰ ਗਵਾਈ ਜਾਂਦੇ ਹਨ। ਇਹ ਇੱਕ ਸੱਚਾਈ ਹੈ ਕਿ ਵਿਹਲੇ ਅਤੇ ਖਾਲੀ ਦਿਮਾਗਾਂ ਵਾਲੇ ਵਿਅਕਤੀ ਫਾਲਤੂ ਸਮੇਂ ਨੂੰ ਗਵਾਉਣ ਜੋਗਾ ਹੀ ਮੰਨਦੇ ਹਨ। ਇਸ ਦੀ ਕੋਈ ਕੀਮਤ ਹੀ ਨਹੀਂ ਸਮਝੀ ਜਾਂਦੀ। ਹਮੇਸ਼ਾ ਇਸ ਗੱਲ ਉੱਪਰ ਵਿਚਾਰ ਕੀਤੀ ਜਾਂਦੀ ਹੈ ਕਿ ਵਿਹਲੇ ਸਮੇਂ ਨੂੰ ਦਿਲਚਸਪ ਢੰਗ ਨਾਲ ਕਿਵੇਂ ਬਤੀਤ ਕੀਤਾ ਜਾਏ। ਅਜਿਹਾ ਸੋਚਣ ਵਾਲੇ ਦਿਮਾਗੀ ਸ਼ਕਤੀਆਂ ਨੂੰ ਵਿਕਸਿਤ ਨਹੀਂ ਕਰ ਸਕਦੇ। ਉਹਨਾਂ ਨੂੰ ਆਪਣੀਆਂ ਨਿੱਜੀ ਸ਼ਕਤੀਆਂ ਬਾਰੇ ਕਦੇ ਵੀ ਪਤਾ ਨਹੀਂ ਲੱਗ ਸਕੇਗਾ। ਉਹ ਆਪਣੀ ਸਾਰੀ ਜ਼ਿੰਦਗੀ ਕੋਈ ਆਮ ਜਿਹੀ ਸਵੈਚਾਲਿਤ ਨੌਕਰੀ ਕਰਕੇ ਬਿਤਾ ਦੇਣਗੇ, ਪਰ ਕਿਸੇ ਕਿੱਤੇ, ਸਨਅਤ ਜਾਂ ਕਾਰੋਬਾਰ ਵਿੱਚ ਸਿਖਰਾਂ ਨੂੰ ਛੂਹਣ ਦੀ ਯੋਗਤਾ ਪ੍ਰਾਪਤ ਨਹੀਂ ਕਰ ਸਕਣਗੇ। ਕਈ ਨੌਜਵਾਨ ਸਿਰਫ ਨੌਕਰੀ ਮਿਲਣ ਤੇ ਹੀ ਸੰਤੁਸ਼ਟ ਹੋ ਜਾਂਦੇ ਹਨ। ਉਹ ਮਜਬੂਰੀ 'ਚ ਪੈ ਕੇ 8-8 ਘੰਟੇ ਰੋਜ਼ਾਨਾ ਕੰਮ ਕਰਦੇ ਹਨ। ਬਾਕੀ ਦੇ ਸਮੇਂ ਨੂੰ ਉਹ ਸੋਚਦੇ ਹਨ ਕਿ ਮਨੋਰੰਜਨ ਕਰਕੇ ਬਿਤਾਇਆ ਜਾਏ। ਉਹਨਾਂ ਨੂੰ ਇਹ ਭਰਮ ਵੀ ਹੁੰਦਾ ਹੈ ਕਿ ਉਹਨਾਂ ਦਾ ਕੰਮ ਉਹਨਾਂ ਨੂੰ ਸਿੱਖਿਆ ਦੇ ਰਿਹਾ ਹੈ, ਹੋਰ ਬੁੱਧੀਮਾਨ ਬਣਾ ਰਿਹਾ ਹੈ ਅਤੇ ਤਜਰਬਾ ਦੇ ਰਿਹਾ ਹੈ। ਉਸ ਨੂੰ ਇਹ ਖਿਆਲ ਹੀ ਨਹੀਂ ਆਉਂਦਾ ਕਿ ਉਸ ਦਾ ਮਾਨਸਿਕ ਵਿਕਾਸ ਉਸ ਦੀਆਂ ਆਪਣੀਆਂ ਕੋਸ਼ਿਸ਼ਾਂ ਤੇ ਨਿਰਭਰ ਕਰਦਾ ਹੈ, ਨਾ ਕਿ ਉਸ ਦੀ ਨੌਕਰੀ ਤੇ। ਇਹ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਜਦੋਂ ਕੋਈ ਲੜਕਾ ਸਕੂਲ ਛੱਡਣ ਉਪਰੰਤ ਪਹਿਲੀ ਨੌਕਰੀ ਹਾਸਲ ਕਰਦਾ ਹੈ ਤਾਂ ਇਹ ਕੋਈ ਬਹੁਤ ਅਹਿਮ ਗੱਲ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਉਸਦੀ ਦੂਜੀ, ਤੀਜੀ ਜਾਂ ਚੌਥੀ ਨੌਕਰੀ ਦਾ ਕੋਈ ਮਹੱਤਵ ਹੁੰਦਾ ਹੈ। ਉਸ ਨੂੰ ਜਾਣਕਾਰੀ ਵੀ ਘੱਟ ਹੁੰਦੀ ਹੈ ਅਤੇ ਕਿਸੇ ਗੱਲ ਦੀ ਮਹਾਰਤ ਵੀ ਨਹੀਂ ਹੁੰਦੀ। ਉਸ ਨੂੰ ਆਪਣਾ ਪਹਿਲਾ ਸਬਕ ਸਿੱਖ ਲੈਣਾ ਚਾਹੀਦਾ ਹੈ। ਜੋ ਕੁਝ ਉਸ ਨੂੰ ਕਿਹਾ ਜਾਏ ਉਹੀ ਕੁਝ ਉਹ ਕਰੇ। ਬਹੁਤ ਘੱਟ ਲੜਕਿਆਂ ਨੇ ਆਪਣੀ ਯੋਗਤਾ ਬਾਰੇ ਪਤਾ ਹੁੰਦਾ ਹੈ, ਪਰ ਜਿਨ੍ਹਾਂ ਨੂੰ ਆਪਣੀ ਯੋਗਤਾ ਬਾਰੇ ਗਿਆਨ ਹੁੰਦਾ ਹੈ ਉਹ ਕਿਸੇ ਵੀ ਕਿਸਮ ਦੀ ਨੌਕਰੀ ਕਿਉਂ ਨਾ ਕਰਦੇ ਹੋਣ, ਉਹਨਾਂ ਨੂੰ ਇਮਤਿਹਾਨ ਵਿੱਚੋਂ ਲੰਘਣਾ ਪਵੇਗਾ ਅਤੇ ਮੌਕੇ ਵੀ ਮਿਲਦੇ ਰਹਿਣਗੇ। ਜਿਹੜੀ ਗੱਲ ਅਹਿਮੀਅਤ ਰੱਖਦੀ ਹੈ ਉਹ ਇਹ ਹੈ ਕਿ 30 ਸਾਲਾਂ ਦੀ ਉਮਰ ਵਿੱਚ ਆ ਕੇ ਕਿਸੇ ਨੌਜਵਾਨ ਕੋਲ ਕਿਹੜੀ ਕਿਸਮ ਦੀ ਨੌਕਰੀ ਹੈ। ਇਸ ਸਮੇਂ ਤੱਕ ਜਾਂ ਤਾਂ ਉਹ ਇੱਕ ਮਾਹਿਰ ਵਿਅਕਤੀ ਬਣ ਚੁੱਕਿਆ ਹੁੰਦਾ ਹੈ ਅਤੇ ਜਾਂ ਫਿਰ ਇੱਕ ਮਸ਼ੀਨ ਜਾਂ ਰੋਬੋਟ ਬਣ ਚੁੱਕਿਆ ਹੁੰਦਾ ਹੈ। ਜੇਕਰ ਕੋਈ ਨੌਜਵਾਨ ਆਪਣੇ ਫਾਲਤੂ ਸਮੇਂ ਵਿੱਚ ਰੋਜ਼ਾਨਾ 1 ਘੰਟਾ ਵੀ ਸਵੈ ਸਿੱਖਿਆ ਤੇ ਲਗਾਵੇ ਅਤੇ ਬਾਕੀ ਦੇ ਸਮੇਂ 'ਚੋਂ 8 ਘੰਟੇ ਨੌਕਰੀ ਕਰੇ ਤਾਂ ਉਹ 1 ਘੰਟਾ ਉਸ ਨੂੰ ਜ਼ਿਆਦਾ ਮਾਹਿਰ ਬਣਾਉਂਦਾ ਹੈ। 1910 ਵਿੱਚ 14 ਸਾਲ ਦੇ ਇੱਕ ਨੌਜਵਾਨ ਲੜਕੇ ਨੇ ਸਕੂਲ ਛੱਡਿਆ ਅਤੇ ਇੱਕ ਵੱਡੀ ਕੰਪਨੀ ਦੇ ਦਫ਼ਤਰ ਵਿੱਚ ਕੰਮ ਕਰਨ ਲੱਗ ਪਿਆ। ਉਹ ਆਪਣੇ ਆਪ ਵਿੱਚ ਰਹਿਣ ਵਾਲਾ, ਚੁੱਪ-ਚਪੀਤੇ ਸੁਭਾਅ ਵਾਲਾ ਲੜਕਾ ਸੀ, ਹੋਰਾਂ ਨਾਲੋਂ ਬਿਲਕੁਲ ਵੱਖਰਾ। ਉਸ ਵਿੱਚ ਕੁਝ ਸਿੱਖਣ ਅਤੇ ਕੁਝ ਬਣਨ ਦੀ ਲਾਲਸਾ ਸੀ। ਉਹ ਆਪਣੀ ਕੰਪਨੀ ਵਿੱਚ ਬੇਹੱਦ ਦਿਲਚਸਪੀ ਲੈਂਦਾ ਸੀ। ਉਸਨੇ ਕੰਪਨੀ ਦੀਆਂ ਵਸਤਾਂ, ਸੂਚੀਆਂ ਅਤੇ ਇਸ਼ਤਿਹਾਰਾਂ ਦਾ ਡੂੰਘਾ ਅਧਿਐਨ ਕੀਤਾ। ਆਪਣੀਆਂ ਗਰਮੀ ਦੀਆਂ ਪਹਿਲੀਆਂ ਛੁੱਟੀਆਂ ਦੌਰਾਨ ਉਸਨੇ ਆਪਣੀ ਕੰਪਨੀ ਦੇ ਕਾਰਖਾਨੇ ਵਿੱਚ ਜਾਣ ਦਾ ਮਨ ਬਣਾਇਆ। ਜਦੋਂ ਉਹ ਕਾਰਖਾਨੇ ਵਿੱਚ ਗਿਆ ਤਾਂ ਪੂਰਾ 1 ਦਿਨ ਉਸਨੇ ਵੇਖਣ ਵਿੱਚ ਲਗਾ ਦਿੱਤਾ ਕਿ ਚੀਜ਼ਾਂ ਕਿਵੇਂ ਬਣਦੀਆਂ ਹਨ। ਉਸਨੇ ਫਿਰ ਫੈਕਟਰੀ ਦਾ ਦੌਰਾ ਕਰਨ ਲਈ ਇਜਾਜ਼ਤ ਮੰਗੀ। ਇਸ ਤਰ੍ਹਾਂ ਇਜਾਜ਼ਤ ਮੰਗਣ ਨਾਲ ਉਸਦਾ ਪ੍ਰਭਾਵ ਪਿਆ। ਅਧਿਕਾਰੀਆਂ ਨੇ ਵੀ ਜਦੋਂ ਉਸਦੇ ਆਉਣ ਬਾਰੇ ਸੁਣਿਆ ਤਾਂ ਉਸ ਬਾਰੇ ਗੱਲਾਂ ਕਰਨ ਲੱਗੇ। ਇਸ ਤਰ੍ਹਾਂ 15 ਵਰ੍ਹੇ ਦੀ ਉਮਰ ਤੱਕ ਪਹੁੰਚ ਕੇ ਉਸਨੇ ਕੰਪਨੀ ਦੇ ਉਹਨਾਂ ਵਿਅਕਤੀਆਂ ਦੀ ਚੰਗੀ ਹਮਾਇਤ ਪ੍ਰਾਪਤ ਕਰ ਲਈ ਜਿਹੜੇ ਉੱਚੇ ਅਹੁਦਿਆਂ ਤੇ ਸਨ। ਬਹੁਤ ਥੋੜੇ ਸਮੇਂ ਵਿੱਚ ਹੀ ਉਸ ਨੂੰ ਫਾਈਲਿੰਗ ਵਿਭਾਗ ਵਿੱਚ ਤਰੱਕੀ ਮਿਲ ਗਈ ਅਤੇ ਉਸ ਦੀ ਤਨਖਾਹ ਵਧਾ ਦਿੱਤੀ ਗਈ। ਜਦੋਂ ਉਹ 18 ਸਾਲਾਂ ਦਾ ਹੋਇਆ ਤਾਂ ਉਸਨੇ ਕਾਰੋਬਾਰ ਸੰਬੰਧੀ ਰਸਾਲੇ ਅਤੇ ਕਿਤਾਬਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਉਸਦੇ ਸਾਥੀ ਕਲਰਕ ਇਸ ਨੂੰ ਲੈ ਕੇ ਮਜ਼ਾਕ ਕਰਦੇ ਸਨ, ਪਰ ਉਹ ਆਪਣੇ ਟੀਚੇ ਬਾਰੇ ਵਧੀਆ ਢੰਗ ਨਾਲ ਜਾਣਦਾ ਸੀ। ਉਹ ਆਪਣੇ ਕੰਮ, ਆਪਣੇ ਭਵਿੱਖ ਅਤੇ ਆਪਣੀ ਕੰਪਨੀ ਵਿੱਚ ਦਿਲਚਸਪੀ ਲੈਂਦਾ ਸੀ। ਕਿਸੇ ਕਾਰਨ ਉਹ ਬਹੁਤੇ ਲੜਕਿਆਂ ਨਾਲੋਂ ਵੱਖਰਾ ਸੀ। ਉਸਨੇ ਕਿਸੇ ਦੇ ਹਾਸੇ ਮਜ਼ਾਕ ਦੀ ਕਦੇ ਵੀ ਪਰਵਾਹ ਨਹੀਂ ਕੀਤੀ।
ਉਸ ਦਾ ਆਪਣਾ ਦਿਮਾਗ ਸੀ। ਉਹ ਸਿੱਖਦਾ ਰਿਹਾ ਅਤੇ ਤਰੱਕੀ ਹਾਸਲ ਕਰਦਾ ਰਿਹਾ। ਹੁਣ ਉਹ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਹੈ। ਉਸ ਦੇ ਅਧੀਨ 3000 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ। ਜਿਹੜੇ ਉਸ ਦਾ ਮਖੌਲ ਉਡਾਉਂਦੇ ਸਨ, ਉਹ ਅੱਜ ਉਸ ਦੇ ਅਧੀਨ ਕੰਮ ਕਰ ਰਹੇ ਹਨ। ਉਸ ਦੀ ਸਫਲਤਾ ਉਹਨਾਂ ਨੂੰ ਤਰਸਯੋਗ ਬਣਾ ਰਹੀ ਹੈ, ਕਿਉਂਕਿ ਉਹ ਅਜੇ ਵੀ ਮੂਰਖ ਹਨ। ਬੇਸ਼ੱਕ ਜਦੋਂ ਉਹ ਉਸ ਦੇ ਬਾਰੇ ਆਪਸ 'ਚ ਗੱਲਾਂ ਕਰਦੇ ਹਨ ਤਾਂ ਇਹੋ ਹੀ ਕਹਿੰਦੇ ਹਨ, ਉਹ ਖੁਸ਼ਕਿਸਮਤ ਸੀ। ਉਹਨਾਂ ਨੇ ਆਪਣੀਆਂ ਅੱਖਾਂ ਨਾਲ ਹੀ ਵੇਖਿਆ ਸੀ ਕਿ ਕਿਵੇਂ ਉਸ ਨੇ ਤਰੱਕੀ ਕੀਤੀ ਸੀ, ਪਰ ਉਹਨਾਂ ਨੇ ਇਸ ਤੋਂ ਕੁਝ ਵੀ ਨਾ ਸਿੱਖਿਆ। ਉਹ ਹੇਠਾਂ ਤੋਂ ਉੱਪਰ ਵੱਲ ਇਸ ਕਾਰਨ ਗਿਆ ਕਿਉਂਕਿ ਉਸ ਦਾ ਗਿਆਨ ਅਤੇ ਕੰਮ ਪ੍ਰਤੀ ਸਹੀ ਦ੍ਰਿਸ਼ਟੀਕੋਣ ਸੀ। ਉਸ ਨੇ ਆਪਣੇ ਫਾਲਤੂ ਸਮੇਂ ਨੂੰ ਆਪਣੀ ਯੋਗਤਾ ਵਧਾਉਣ ਵਿੱਚ ਇਸਤੇਮਾਲ ਕੀਤਾ ਸੀ। ਜਦੋਂ ਵੀ ਅਸੀਂ ਕਿਸੇ ਅਜਿਹੇ ਨੌਜਵਾਨ ਨੂੰ ਵੇਖਦੇ ਹਾਂ ਜਿਹੜਾ ਸਿੱਖਣ ਦੀ ਤਾਂਘ ਰੱਖਦਾ ਹੋਵੇ ਅਤੇ ਯੋਗਤਾ ਵਧਾਉਣਾ ਚਾਹੁੰਦਾ ਹੋਵੇ, ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਜ਼ਰੂਰ ਚੋਟੀ ਤੇ ਪਹੁੰਚੇਗਾ। ਸਾਨੂੰ ਇਹ ਵੀ ਯਕੀਨ ਕਰ ਲੈਣਾ ਚਾਹੀਦਾ ਹੈ ਕਿ ਮੂਰਖ ਵਿਅਕਤੀ ਉਸ ਦਾ ਮਜ਼ਾਕ ਵੀ ਉਡਾ ਰਹੇ ਹੋਣਗੇ, ਕਿਉਂਕਿ ਉਹ ਆਪ ਤਾਂ ਕੰਮ ਨੂੰ ਨਫ਼ਰਤ ਕਰਦੇ ਹਨ। ਕਈ ਵਿਅਕਤੀਆਂ ਨੇ ਆਪਣੇ ਫਾਲਤੂ ਸਮੇਂ ਦਾ ਸਹੀ ਇਸਤੇਮਾਲ ਕਰਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਕਈ ਬੇਹੱਦ ਰੁਝੇਵਿਆਂ ਭਰਪੂਰ ਜ਼ਿੰਦਗੀ ਜਿਉਣ ਵਾਲੇ ਵਿਅਕਤੀਆਂ ਨੇ ਲਾਹੇਵੰਦ ਪੁਸਤਕਾਂ ਲਿਖੀਆਂ ਹਨ। ਹੋਰ ਕਈਆਂ ਨੇ ਕਾਢਾਂ ਕੱਢੀਆਂ ਹਨ। ਕਈ ਚੰਗੇ ਕਲਾਕਾਰ ਬਣੇ ਹਨ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਅਮਰੀਕਾ ਦੇ 12 ਮਿਲੀਅਨ ਨੀਗਰੋ, ਜਿਨ੍ਹਾਂ ਦੇ ਪਿਓ ਦਾਦੇ ਗੁਲਾਮ ਸਨ, ਵੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਵਿਕਸਿਤ ਕਰ ਸਕੇ ਹਨ। ਇਹਨਾਂ ਵਿੱਚੋਂ 90% ਨੀਗਰੋ ਪੜ੍ਹ ਅਤੇ ਲਿਖ ਸਕਦੇ ਹਨ। ਘੱਟੋ ਘੱਟ 6000 ਨੀਗਰੋ ਡਾਕਟਰ ਹਨ। ਜੇਕਰ ਗੋਰਿਆਂ ਦੇ ਮੁਲਕ ਵਿੱਚ ਰਹਿਣ ਵਾਲੇ ਇੰਨੇ ਜ਼ਿਆਦਾ ਨੀਗਰੋ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ, ਤਾਂ ਇੱਕ ਆਮ ਨੌਜਵਾਨ ਆਪਣੇ ਆਪ ਵਿੱਚ ਸੁਧਾਰ ਕਿਉਂ ਨਹੀਂ ਲਿਆ ਸਕਦਾ? 50 ਸਾਲ ਪਹਿਲਾਂ ਸਿਰਫ ਸਾਹਿਤਕ ਵਿਅਕਤੀ ਹੀ ਕਿਤਾਬਾਂ ਲਿਖਿਆ ਕਰਦੇ ਸਨ। ਉਦੋਂ ਰੋਜ਼ਾਨਾ ਦੀ ਵਿਵਹਾਰਕ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਪੁਸਤਕਾਂ ਘੱਟ ਹੀ ਲਿਖੀਆਂ ਜਾਂਦੀਆਂ ਸਨ। ਪਰ ਅੱਜ ਅਜਿਹੀਆਂ ਹਜ਼ਾਰਾਂ ਕਿਤਾਬਾਂ ਮਿਲ ਜਾਣਗੀਆਂ ਜਿਹੜੀਆਂ ਕਾਰੋਬਾਰ ਅਤੇ ਸ਼ਖਸੀਅਤ ਦੇ ਵਿਕਾਸ ਵਿੱਚ ਮਦਦ ਕਰ ਸਕਦੀਆਂ ਹਨ। ਅੱਜ ਬੇਹੱਦ ਲਾਹੇਵੰਦ ਜਾਣਕਾਰੀ ਵੀ ਸਸਤੀ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅੱਜ ਤੁਸੀਂ ਜੋ ਕੁਝ ਵੀ ਜਾਣਨਾ ਚਾਹੁੰਦੇ ਹੋ, ਉਹ ਕਿਤਾਬਾਂ ਵਿੱਚੋਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। ਅੱਜ ਜਦੋਂ ਕੋਈ ਆਦਮੀ ਸਿਰਫ ਟਾਈਮ ਪਾਸ ਕਰਨ ਲਈ ਪੜ੍ਹਦਾ ਹੈ ਜਾਂ ਤਾਜ਼ੀਆਂ ਖਬਰਾਂ ਜਾਣਨ ਲਈ ਪੜ੍ਹਦਾ ਹੈ, ਤਾਂ ਸਮਝ ਲਵੋ ਕਿ ਉਸ ਨੂੰ ਪੜ੍ਹਨ ਦੀ ਕੀਮਤ ਹੀ ਪਤਾ ਨਹੀਂ। ਇੱਕ ਪਹਿਲੇ ਦਰਜੇ ਦਾ ਪਾਠਕ ਬਣਨ ਲਈ ਇੱਕ ਆਦਮੀ ਨੂੰ ਘੱਟੋ ਘੱਟ ਇੱਕ ਲਾਹੇਵੰਦ ਪੁਸਤਕ, ਜੋ ਕਿ ਉਸ ਨੂੰ ਕੁਝ ਸਿਖਾਉਂਦੀ ਹੋਵੇ, 1 ਮਹੀਨੇ ਵਿੱਚ ਪੜ੍ਹ ਲੈਣੀ ਚਾਹੀਦੀ ਹੈ। ਰੇਲਵੇ ਦੇ ਇੱਕ ਮਹਾਨ ਪ੍ਰੈਜ਼ੀਡੈਂਟ ਸੈਮੂਅਲ ਰੀਡ ਜਦੋਂ ਰਿਟਾਇਰ ਹੋਏ ਤਾਂ ਉਹਨਾਂ ਨੇ ਸਟਾਫ ਸਾਹਮਣੇ ਦਿੱਤੇ ਆਪਣੇ ਭਾਸ਼ਣ ਵਿੱਚ ਕਿਹਾ, ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਸਲਾਹ ਦਿੰਦਾ ਹਾਂ ਕਿ ਤੁਸੀਂ ਚੰਗੀਆਂ ਪੁਸਤਕਾਂ ਪੜ੍ਹਿਆ ਕਰੋ। ਇਹ ਬਹੁਮੁੱਲੀਆਂ ਹੁੰਦੀਆਂ ਹਨ, ਇਸ ਗੱਲ ਨੂੰ ਚੇਤੇ ਰੱਖਣਾ। ਕੁਝ ਕਾਰੋਬਾਰੀ ਅਤੇ ਤਕਨੀਕੀ ਪੁਸਤਕਾਂ ਤਾਂ ਜਿਵੇਂ ਸੋਨੇ ਦੀਆਂ ਖਾਨਾਂ ਹੁੰਦੀਆਂ ਹਨ। ਉਹਨਾਂ ਵਿੱਚ ਪੈਸਾ ਬਣਾਉਣ ਵਾਲਾ ਗਿਆਨ ਭਰਿਆ ਹੁੰਦਾ ਹੈ। ਉਹ ਮਿਹਨਤ ਬਚਾਉਂਦੀਆਂ ਹਨ। 3 ਜਾਂ 4 ਘੰਟਿਆਂ ਵਿੱਚ ਇੱਕ ਆਦਮੀ ਇੱਕ ਕਿਤਾਬ ਨੂੰ ਪੜ੍ਹ ਸਕਦਾ ਹੈ ਅਤੇ ਕਿਸੇ ਆਦਮੀ ਦੇ ਜ਼ਿੰਦਗੀ ਭਰ ਦੇ ਤਜਰਬੇ ਤੋਂ ਸਿੱਖ ਸਕਦਾ ਹੈ। ਚੰਗੀਆਂ ਕਿਤਾਬਾਂ ਪੜ੍ਹੋ, ਇਹ ਹੀ ਅਸਲੀ ਵਿੱਦਿਆ ਹੈ। ਇੱਥੋਂ ਤੱਕ ਕਿ ਯੂਨੀਵਰਸਿਟੀ ਦੀ ਪੜ੍ਹਾਈ ਵੀ ਇੱਕ ਸ਼ੁਰੂਆਤ ਹੈ। ਰੂਜ਼ਵੈਲਟ ਨੇ ਇੱਕ ਵਾਰ ਕਿਹਾ ਸੀ, 1880 ਵਿੱਚ ਮੈਂ ਹਾਰਵਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਮੇਰੀ ਸਿੱਖਿਆ ਸ਼ੁਰੂ ਹੋਈ। ਉਹ ਆਪਣੀ ਸਾਰੀ ਜ਼ਿੰਦਗੀ ਕਿਤਾਬਾਂ ਦਾ ਚੰਗਾ ਪਾਠਕ ਰਿਹਾ। ਕਈ ਵਿਅਕਤੀਆਂ ਦੇ ਕੈਰੀਅਰ ਦੀ ਸ਼ੁਰੂਆਤ ਇੱਕ ਚੰਗੀ ਕਿਤਾਬ ਤੋਂ ਹੋਈ। ਕਈ ਕਾਰੋਬਾਰੀ ਵਿਅਕਤੀਆਂ ਨੇ ਆਪਣੇ ਮੁਨਾਫੇ ਵਿੱਚ ਕਿਤਾਬਾਂ ਪੜ੍ਹ ਕੇ ਵਾਧਾ ਕੀਤਾ। ਮੈਂ ਇੱਕ ਅਜਿਹੇ ਆਦਮੀ ਨੂੰ ਮਿਲਿਆ ਜਿਸ ਕੋਲ $5 ਲੱਖ ਸਨ। ਉਸ ਦੇ ਹੱਥ ਵਿੱਚ ਕਿਤਾਬ ਫੜੀ ਹੋਈ ਵੇਖ ਕੇ ਮੈਂ ਪੁੱਛਿਆ, ਕੀ ਗੱਲ ਕਿ ਤੁਸੀਂ ਅਜੇ ਵੀ ਸਿੱਖ ਰਹੇ ਹੋ? ਉਸ ਦਾ ਜਵਾਬ ਸੀ, ਬਿਲਕੁਲ, ਕਿਉਂ ਨਹੀਂ। ਅਜੇ ਵੀ ਕਈ ਕਾਰੋਬਾਰੀ ਵਿਅਕਤੀ ਇਹ ਸੋਚਦੇ ਹਨ ਕਿ ਕਿਤਾਬੀ ਗਿਆਨ ਦਾ ਕੋਈ ਫਾਇਦਾ ਨਹੀਂ, ਪਰ ਕੋਈ ਵੀ ਵਿਗਿਆਨੀ ਅਤੇ ਪ੍ਰੋਫੈਸ਼ਨਲ ਵਿਅਕਤੀ ਇੰਜ ਨਹੀਂ ਸੋਚਦਾ। ਸਿਰਫ ਕਿਸਾਨ ਅਤੇ ਕਾਰੋਬਾਰੀ ਹੀ ਇੰਜ ਸੋਚਦੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਵਪਾਰੀ ਅਤੇ ਕਿਸਾਨ ਇਹ ਸੋਚਦੇ ਹਨ ਕਿ ਉਹਨਾਂ ਦਾ ਤਜਰਬਾ ਹੀ ਸਭ ਕੁਝ ਹੈ। ਦੂਜਾ ਕਾਰਨ ਇਹ ਹੈ ਕਿ ਖੇਤੀ ਅਤੇ ਵਪਾਰ ਬਾਰੇ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਹੁੰਦੀਆਂ ਹਨ, ਉਹਨਾਂ ਨੂੰ ਵਿਸ਼ੇ ਦੇ ਸਿਧਾਂਤਕ ਪੱਖ ਦੀ ਹੀ ਜਾਣਕਾਰੀ ਹੁੰਦੀ ਹੈ। ਇਹ ਸੱਚ ਹੈ ਕਿ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲਾਭਦਾਇਕ ਪੁਸਤਕਾਂ ਵਿੱਤ, ਵਪਾਰ ਅਤੇ ਖੇਤੀਬਾੜੀ ਬਾਰੇ ਪ੍ਰਾਪਤ ਹੋ ਜਾਣਗੀਆਂ। ਜਿਹੜਾ ਇਹਨਾਂ ਨੂੰ ਨਹੀਂ ਪੜ੍ਹਦਾ, ਉਹ ਹੋਰਨਾਂ ਨਾਲੋਂ ਪਿੱਛੇ ਰਹਿ ਜਾਏਗਾ।
ਅੱਜ ਦੇ ਦੌਰ ਵਿੱਚ ਇੱਕ ਆਦਮੀ ਲਈ ਲਾਹੇਵੰਦ ਕਿਤਾਬਾਂ ਪੜ੍ਹਨਾ ਬੇहद ਜ਼ਰੂਰੀ ਹੈ। ਇੱਕ ਵਾਰ ਸਮੁੰਦਰੀ ਯਾਤਰਾ ਦੌਰਾਨ ਮੈਂ ਕੈਪਟਨ ਦੇ ਕਮਰੇ ਵਿੱਚ ਬੈਠਾ ਉਸ ਨਾਲ ਗੱਲਾਂ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ, ਲੱਗਦਾ ਹੈ ਤੁਸੀਂ ਕਿਤਾਬਾਂ ਤੋਂ ਕਾਫੀ ਕੁਝ ਸਿੱਖਿਆ ਹੈ। ਉਸਨੇ ਜਵਾਬ ਦਿੱਤਾ, ਬਿਲਕੁਲ ਨਹੀਂ, ਸਮੁੰਦਰ ਵਿੱਚ ਤਾਂ ਅਸੀਂ ਨਿੱਜੀ ਤਜਰਬੇ ਤੋਂ ਹੀ ਸਿੱਖਦੇ ਹਾਂ। ਮੈਂ ਵੇਖਿਆ ਉਸਦੇ ਕੈਬਿਨ ਵਿੱਚ ਇੱਕ ਕਿਤਾਬ ਪਈ ਸੀ, ਸਮੁੰਦਰੀ ਯਾਤਰਾ ਦੇ ਲਈ ਨੁਕਤੇ। ਬੇਸ਼ੱਕ ਉਸਨੇ ਇਸ ਪੁਸਤਕ ਵਿੱਚੋਂ ਕਈ ਨੁਕਤੇ ਸਿੱਖੇ ਹੋਣਗੇ, ਪਰ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ। ਇਹ ਸੋਚ ਹੈ ਕਿ ਕਈ ਆਦਮੀ ਸੋਚਦੇ ਹਨ ਕਿ ਜੇ ਉਹ ਕਹਿਣਗੇ ਕਿ ਉਹਨਾਂ ਨੇ ਕਿਤਾਬਾਂ ਦੀ ਬਜਾਏ ਨਿੱਜੀ ਤਜਰਬੇ ਤੋਂ ਸਿੱਖਿਆ ਹੈ ਤਾਂ ਇਸ ਵਿੱਚ ਉਹਨਾਂ ਦੀ ਵਡਿਆਈ ਹੈ। ਇਹ ਇੱਕ ਫੋਕਾ ਦਿਖਾਵਾ ਹੁੰਦਾ ਹੈ। ਜਿਹੜਾ ਵਿਅਕਤੀ ਆਪਣੇ ਕਿੱਤੇ ਅਤੇ ਆਪਣੇ ਕੰਮ ਬਾਰੇ ਉਪਲਬਧ ਪੁਸਤਕਾਂ ਨਹੀਂ ਪੜ੍ਹਦਾ, ਸਮਝੋ ਉਹ ਬੇहद ਕੀਮਤੀ ਜਾਣਕਾਰੀ ਤੋਂ ਆਪਣੇ ਆਪ ਨੂੰ ਵਾਂਝਿਆ ਰੱਖ ਰਿਹਾ ਹੈ। ਅੱਜ ਸਿਰਫ ਨਿੱਜੀ ਤਜਰਬੇ ਤੋਂ ਕੁਝ ਨਹੀਂ ਸਿੱਖਿਆ ਜਾ ਸਕਦਾ। ਜਿੰਨਾ ਜਿੰਨਾ ਅਸੀਂ ਪੜ੍ਹਦੇ ਜਾਂਦੇ ਹਾਂ, ਉਤਨਾ ਹੀ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਿੱਖਣ ਨੂੰ ਅਜੇ ਕਾਫੀ ਕੁਝ ਬਾਕੀ ਹੈ। ਹਮੇਸ਼ਾ ਕੁਝ ਨਾ ਕੁਝ ਨਵਾਂ ਜ਼ਰੂਰ ਬਾਕੀ ਰਹਿ ਜਾਂਦਾ ਹੈ। ਅਕਸਰ ਕੋਈ ਵੀ ਵਿਅਕਤੀ ਆਪਣੇ ਕੰਮ ਬਾਰੇ ਜੋ ਕੁਝ ਜਾਣਨਾ ਹੁੰਦਾ ਹੈ, ਉਹ ਉਸ ਨਾਲੋਂ ਬਹੁਤ ਘੱਟ ਹੁੰਦਾ ਹੈ ਜੋ ਕੁਝ ਉਹ ਨਹੀਂ ਜਾਣਦਾ। ਜ਼ਿੰਦਗੀ ਛੋਟੀ ਹੈ ਅਤੇ ਦੁਨੀਆ ਵਿੱਚ ਜਾਣਨ ਲਈ ਬਹੁਤ ਕੁਝ ਹੈ। ਮੈਂ ਆਪਣੀ ਸਾਰੀ ਜ਼ਿੰਦਗੀ ਲਗਾਤਾਰ ਕਿਤਾਬਾਂ ਹੀ ਪੜ੍ਹਦਾ ਰਿਹਾ ਹਾਂ, ਪਰ ਮੈਂ 5000 ਕਿਤਾਬਾਂ ਨਾਲੋਂ ਵੱਧ ਨਹੀਂ ਪੜ੍ਹ ਸਕਿਆ ਹੋਵਾਂਗਾ। ਜੇਕਰ ਮੈਂ ਦਿਨ ਰਾਤ ਸਿਰਫ ਕਿਤਾਬਾਂ ਹੀ ਪੜ੍ਹਦਾ ਰਹਾ ਤਾਂ ਵੀ ਮੈਂ ਨਵੀਆਂ ਛਪੀਆਂ ਕਿਤਾਬਾਂ ਦੇ ਨਾਲ ਨਾਲ ਨਹੀਂ ਤੁਰ ਸਕਦਾ। ਜਦੋਂ ਮੈਂ ਇਹ ਸੋਚਦਾ ਹਾਂ ਤਾਂ ਮੈਨੂੰ ਪਤਾ ਲੱਗਦਾ ਹੈ ਕਿ ਜੋ ਕੁਝ ਮੈਂ ਜਾਣਦਾ ਹਾਂ ਉਹ ਤਾਂ ਬਹੁਤ ਥੋੜਾ ਹੈ। ਇੱਕ ਔਸਤ ਦਰਜੇ ਦਾ ਵਪਾਰੀ ਆਪਣੇ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਤੋਂ ਥੋੜੀ ਜਿਹੀ ਹੀ ਜਾਣਕਾਰੀ ਹਾਸਲ ਕਰਦਾ ਹੈ। ਉਹ ਆਪਣੇ ਮਹਿੰਗੇ ਤਜਰਬੇ ਤੋਂ ਕੁਝ ਜ਼ਿਆਦਾ ਹੀ ਸਿੱਖ ਲੈਂਦਾ ਹੈ। ਜੇਕਰ ਉਹ 10 ਕਿਤਾਬਾਂ ਆਪਣੇ ਕਾਰੋਬਾਰ ਬਾਰੇ ਪੜ੍ਹ ਲੈਂਦਾ ਹੈ ਤਾਂ ਉਹ ਸੋਚਦਾ ਹੈ ਕਿ ਉਹ ਵਿਦਵਾਨ ਬਣ ਗਿਆ ਹੈ। 30 ਸਾਲ ਤੱਕ ਪਹੁੰਚ ਕੇ ਉਹ ਸੋਚ ਲੈਂਦਾ ਹੈ ਕਿ ਜਿੰਨੀ ਜਾਣਕਾਰੀ ਦੀ ਜ਼ਰੂਰਤ ਉਸ ਨੂੰ ਹੈ ਉਹ ਉਸਨੇ ਪ੍ਰਾਪਤ ਕਰ ਲਈ ਹੈ। ਇਸ ਕਰਕੇ ਫਾਲਤੂ ਸਮੇਂ ਨੂੰ ਉਹ ਮਨ ਪਰਚਾਵੇ ਵਿੱਚ ਬਿਤਾ ਦਿੰਦਾ ਹੈ। ਇੱਕ ਲਫ਼ਜ਼ ਵਿੱਚ ਕਹਿਣਾ ਹੋਵੇ ਤਾਂ ਇਹੀ ਆਖਾਂਗੇ ਕਿ ਪਹਿਲੀ ਜਮਾਤ ਵਿੱਚ ਬੈਠ ਕੇ ਉਹ ਸਮਝਦਾ ਹੈ ਕਿ ਉਸਨੇ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਫਿਰ ਸੋਚ ਕੇ ਹੈਰਾਨ ਹੁੰਦਾ ਹੈ ਕਿ ਉਸਦਾ ਵਪਾਰ ਕਿਉਂ ਨਹੀਂ ਵਧ ਰਿਹਾ। ਵਪਾਰ ਕੋਈ ਸਮੂਹਕ ਬੈਠਕ ਨਹੀਂ ਜਿੱਥੇ ਕਿ ਇੱਕ ਆਦਮੀ ਬੈਠ ਕੇ ਵੇਖਦਾ ਰਹੇ ਕਿ ਕੀ ਹੋ ਰਿਹਾ ਹੈ। ਇਹ ਇੱਕ ਪੇੜ ਵਾਂਗ ਹੈ। ਇੱਕ ਆਦਮੀ ਨੂੰ ਜਲੂਸ ਦੇ ਨਾਲ ਨਾਲ ਚੱਲਣਾ ਪੈਂਦਾ ਹੈ। ਹਮੇਸ਼ਾ ਨਵੇਂ ਵਿਚਾਰ ਅਤੇ ਤਰੀਕੇ ਲੱਭਦੇ ਰਹਿੰਦੇ ਹਨ। ਕੋਈ ਆਦਮੀ ਕਿੰਨਾ ਵੀ ਚਲਾਕ ਕਿਉਂ ਨਾ ਹੋਵੇ, ਉਹ ਸਿਰਫ ਆਪਣੀ ਸੋਚਣ ਸ਼ਕਤੀ ਨਾਲ ਹੀ ਸਭ ਕੁਝ ਨਹੀਂ ਕਰ ਸਕਦਾ। ਆਦਿਕਾਲ ਸਮੇਂ ਇਸ ਗੱਲ ਦੀ ਸੀਮਾ ਤੈਅ ਕੀਤੀ ਜਾਂਦੀ ਸੀ ਕਿ ਇੱਕ ਆਦਮੀ ਨੂੰ ਕਿੱਥੋਂ ਤੱਕ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਲੋਕਾਂ ਨੂੰ ਜ਼ਿੰਦਗੀ ਭਰ ਹਨੇਰੇ ਅਤੇ ਅਗਿਆਨਤਾ ਭਰਪੂਰ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿੱਤਾ ਜਾਂਦਾ ਸੀਗਾ। ਅੱਜ ਵੀ ਤਾਨਾਸ਼ਾਹਾਂ ਵੱਲੋਂ ਚਲਾਏ ਜਾਣ ਵਾਲੇ ਮੁਲਕਾਂ ਵਿੱਚ ਅਜਿਹੀਆਂ ਹੱਦਾਂ ਮਿੱਥ ਦਿੱਤੀਆਂ ਗਈਆਂ ਹਨ, ਪਰ ਬਹੁਤ ਸਾਰੇ ਮੁਲਕਾਂ ਵਿੱਚ ਅੱਜ ਮਾਨਸਿਕ ਵਿਕਾਸ ਮਨੁੱਖ ਦੇ ਆਪਣੇ ਆਪ ਉੱਪਰ ਨਿਰਭਰ ਕਰਦਾ ਹੈ। ਇਸ ਗੱਲ ਉੱਪਰ ਨਿਰਭਰ ਕਰਦਾ ਹੈ ਕਿ ਖਾਲੀ ਸਮੇਂ ਦੀ ਵਰਤੋਂ ਉਹ ਕਿੰਝ ਕਰਦਾ ਹੈ। ਸੀਸੀ ਨਾਈਟਸ ਨੇ ਇੱਕ ਵਾਰ ਮੈਨੂੰ ਕਿਹਾ ਸੀ, ਜਦੋਂ ਕੋਈ ਆਦਮੀ ਆਪਣੇ ਖਾਲੀ ਸਮੇਂ ਨੂੰ ਕਿਸੇ ਕੰਮ ਦੇ ਲੇਖੇ ਲਾਉਂਦਾ ਹੈ ਤਾਂ ਉਸ ਨੂੰ ਸ਼ੁੱਧ ਮੁਨਾਫਾ ਹੁੰਦਾ ਹੈ, ਫਾਲਤੂ ਖਰਚਿਆਂ ਤੋਂ ਬਚੇ ਰਹਿੰਦਾ ਹੈ। ਅਕਸਰ ਕੋਈ ਸ਼ੌਕ ਇੱਕ ਅਵਸਰ ਬਣ ਜਾਂਦਾ ਹੈ। ਕਈ ਵਾਰ ਇਹ ਇੱਕ ਕਿੱਤਾ ਜਾਂ ਇੱਕ ਕਾਰੋਬਾਰ ਬਣ ਜਾਂਦਾ ਹੈ। ਲੰਡਨ ਵਿੱਚ ਇੱਕ ਮਹੱਤਵਾਕਾਂਖੀ ਨੌਜਵਾਨ ਨੇ ਡਾਕ ਟਿਕਟਾਂ ਇਕੱਠੀਆਂ ਕਰਨ ਦਾ ਸ਼ੌਕ ਅਪਣਾਇਆ। ਉਸਨੇ ਇਸ ਕਰਕੇ ਇਸ ਸ਼ੌਕ ਨੂੰ ਅਪਣਾਇਆ ਕਿਉਂਕਿ ਇਸ ਨਾਲ ਉਹ ਪ੍ਰਮੁੱਖ ਵਿਅਕਤੀਆਂ ਨੂੰ ਮਿਲ ਸਕਦਾ ਸੀ। ਉਸ ਨੂੰ ਆਪਣੀਆਂ ਯੋਗਤਾਵਾਂ ਵਿੱਚ ਵਿਸ਼ਵਾਸ ਸੀ, ਪਰ ਉਸਦੇ ਕੋਈ ਪ੍ਰਭਾਵਸ਼ਾਲੀ ਮਿੱਤਰ ਨਹੀਂ ਸਨ। ਸੋ ਉਸਨੇ ਆਪਣੇ ਸ਼ੌਕ ਨੂੰ ਇੱਕ ਸਾਧਨ ਵਜੋਂ ਵਰਤਿਆ। ਬਾਅਦ ਵਿੱਚ ਉਹ ਲੰਡਨ ਦੇ ਬੇहद ਅਮੀਰ ਅਤੇ ਸਨਮਾਨਿਤ ਵਿੱਤ ਮਾਹਿਰਾਂ ਵਿੱਚੋਂ ਇੱਕ ਬਣਿਆ। ਸੋ ਜਿਵੇਂ ਕਿ ਅਸੀਂ ਵੇਖ ਚੁੱਕੇ ਹਾਂ, ਦਿਮਾਗੀ ਸ਼ਕਤੀਆਂ ਦੇ ਵਿਕਾਸ ਲਈ ਫਾਲਤੂ ਸਮੇਂ ਦਾ ਸਹੀ ਇਸਤੇਮਾਲ ਕਰਨਾ ਇੱਕ ਪਹਿਲਾ ਕਦਮ ਹੈ। ਹਰ ਇੱਕ ਕੋਲ ਫਾਲਤੂ ਸਮਾਂ ਹੁੰਦਾ ਹੈ। ਜਿਹੜਾ ਵਿਅਕਤੀ ਵੀ ਆਪਣੇ ਆਪ ਨੂੰ ਸੁਧਾਰਨ ਲਈ 1 ਘੰਟਾ ਰੋਜ਼ਾਨਾ ਵੀ ਲਗਾਉਂਦਾ ਹੈ ਤਾਂ ਉਸਦੀ ਤਰੱਕੀ ਯਕੀਨੀ ਹੈ, ਕਿਉਂਕਿ ਇਸ ਤਰ੍ਹਾਂ ਉਸਨੇ 1 ਸਾਲ ਵਿੱਚ 45 ਦਿਨ ਅਤੇ 8 ਘੰਟੇ ਆਤਮ ਵਿਕਾਸ ਵਿੱਚ ਲਗਾਏ। ਇੱਕ ਬੁੱਧੀਮਾਨ ਸੇਲਸ ਮੈਨੇਜਰ ਮੈਨਲੀ ਪੀ ਨਾਦਮ ਨੇ ਕਿਹਾ ਸੀ, ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਆਪਣੀਆਂ ਉਹਨਾਂ ਸ਼ਕਤੀਆਂ ਉੱਪਰ ਸ਼ੱਕ ਕਰਨਾ ਹੈ
ਜਿਨ੍ਹਾਂ ਸ਼ਕਤੀਆਂ ਰਾਹੀਂ ਤਰੱਕੀ ਅਤੇ ਪ੍ਰਾਪਤੀ ਕੀਤੀ ਜਾ ਸਕਦੀ ਹੈ। ਡਾਕਟਰ ਵੀ ਕਹਿੰਦੇ ਹਨ ਕਿ ਇੱਕ ਔਸਤ ਵਿਅਕਤੀ ਦਾ ਦਿਮਾਗ ਸਿਰਫ 10% ਹੀ ਵਿਕਸਿਤ ਹੁੰਦਾ ਹੈ। ਬਹੁਤ ਘੱਟ ਨੌਜਵਾਨਾਂ ਨੂੰ ਆਪਣੀਆਂ ਸੰਭਾਵਨਾਵਾਂ ਬਾਰੇ ਪਤਾ ਹੁੰਦਾ ਹੈ। ਬਹੁਤ ਸਾਰੇ ਵਿਅਕਤੀਆਂ ਦਾ ਮਾਨਸਿਕ ਵਿਕਾਸ ਨਹੀਂ ਹੋਇਆ ਹੁੰਦਾ। ਬਹੁਤੇ ਨੌਜਵਾਨਾਂ ਨੂੰ ਆਪਣੇ ਟੀਚੇ ਬਾਰੇ ਸਪਸ਼ਟ ਤੌਰ ਤੇ ਪਤਾ ਨਹੀਂ ਹੁੰਦਾ, ਪਰ ਜਿਨ੍ਹਾਂ ਨੂੰ ਇਸ ਬਾਰੇ ਗਿਆਨ ਹੁੰਦਾ ਹੈ ਉਹ ਆਪਣੇ ਕਿੱਤੇ ਅਤੇ ਕਾਰੋਬਾਰ ਵਿੱਚ ਸਿਖਰ ਛੂਹ ਲੈਂਦੇ ਹਨ।